ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਚਰਨ ਤਾਂ ਪਰ ਸਕਿਆਥ, ਚਰਨ ਗੁਰ ਅਮਰ ਪਵਲ ਰੇ। ਹੱਥ ਤਾਂ ਪਰ ਸਕਿਆਥ, ਹੱਥ ਲਗਹਿ ਗੁਰ ਅਮਰ ਪੈ। ਜੀ ਤਾਂ ਪਰ ਸਕਿਆਥ, ਜੀ ਗੁਰ ਅਮਰ ਪਣੀਜੈ। ਸ਼ਰਵਣ ਤਾਂ ਪਰ ਸਕਿਆਥ, ਸ਼ਰਵਣ ਗੁਰ ਅਮਰ ਸੁਣੀਜੈ। ਨੈਣ ਤਾਂ ਪਰ ਸਕਿਆਥ, ਨੈਣ ਗੁਰ ਅਮਰ ਪਖੀਜੈ। ਸਕਿਆਥ ਸੋਹੀਓ, ਜਿਤ ਹੀ ਬਸੈ ਗੁਰ ਅਮਰਦਾਸ। ਨਿਜ ਜਗਤ ਪਿਤ, ਸਕਿਆਥ ਸੋ ਸਿਰ ਜਾਲਪ ਪਣੈ। ਜੋ ਸਿਰ ਨਿਵੈ ਗੁਰ ਅਮਰ ਨਿਤ। ਕਨਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਣਤ ਨਾ ਆਵੈ। ਰਵ ਸਸ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। रुद्र ध्यान ज्ञान सतगुर के, कब जन भल उन्ह जो गावै। भले अमरदास गुण तेरे, तेरी उपमा तोहे बनियावै। हम मैले तुम उजल करते, हम निर्गुण तू दाता। हम मूरख तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन। हम पापी तुम पाप खंडन, निको ठाकुर देसा। हाजरा हजूर जहरा जहूर सर्व कला भरपूर, चवर छतर तखत दे मालिक, रूहानियत दे भंडार, धन सतगुरु श्री गुरु ग्रंथ साहब महाराज जी दी पावन मुकद्दस हजूरी अंदर सुभाईमान परम सन्मानयोग सत्संगी जनों, आप वड्डे भागां वाले हो और आप जी दे दर्शन करदिआं दास भी अपने आप नूं वडभागी महसूस करदा है कि आप नित ही गुरमुखी चौकड़े ला के सतगुर जी की अगमी बाणी पढ़दिआं सुणदिआं सच्चे पातशाह जी दे थिर कर बैसो हर जन प्यारे, सतगुर तुमरे काज सवारे।
ਤੇ ਜਿਹੜਾ ਕਾਜ ਹੈ, ਅਸਲ ਕਾਜ ਇਹ ਹੈ, ਮੈਂ ਬੋਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੂੰ ਸ਼ਿੰਗਾਰ। ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਬਾਣੀ, ਉਸ ਵਾਹਿਗੁਰੂ ਜੀ ਦੇ ਅਗਮੀ ਧਿਆਨ ਵਿੱਚ ਆਪਣੇ ਮਨ ਨੂੰ ਸ਼ਿੰਗਾਰਿਆ ਜਾਏ। ਇਹ ਸਭ ਤੋਂ ਵੱਡਾ ਕਾਰਜ ਹੈ। ਬਖਸ਼ੋ ਅਸੀਸ। ਅਰਦਾਸ ਦੇ ਬਚਨ ਕਿ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਦੀ ਸਹਾਇਤਾ ਕਿਵੇਂ ਲਈ ਜਾ ਸਕਦੀ ਹੈ। ਦੁਨੀਆ ਦੇ ਲੋਕਾਂ ਨੇ ਧੰਨ ਗੁਰੂ ਨਾਨਕ ਸਾਹਿਬ ਨੂੰ ਬੌਰਾ ਆਖਿਆ, ਭੂਤਨਾ ਆਖਿਆ, ਬੇਤਾਲਾ ਆਖਿਆ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਗੁਰੂ ਨਾਨਕ ਲਈ ਧਿਆਏ। ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਵੀ ਬਹੁਤ ਨਿੰਦਿਆ ਗਿਆ। ਤਪੇ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਬਾਣੀ ਵਿੱਚ ਹੈ। ਤਪੇ ਨੇ ਗੁਰੂ ਅਮਰਦਾਸ ਜੀ ਨੂੰ ਨਿੰਦਿਆ, ਗੁਰੂ ਅੰਗਦ ਸਾਹਿਬ ਜੀ ਨੂੰ ਨਿੰਦਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਕਿ ਤੁਸਾਂ ਨੇ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਦੀ ਸਹਾਇਤਾ ਲੈਣੀ ਹੈ। ਆਓ ਜੀ, ਕੱਲ੍ਹ ਜਿੱਥੇ ਅੰਮ੍ਰਿਤ ਵੇਲੇ ਦੀ ਵਿਚਾਰ ਸੰਕੋਚੀ ਸੀ, ਉਸ ਵਿਚਾਰ ਦੀ ਲੜੀ ਨੂੰ ਅਗਾਂਹ ਤੋਰੀਏ। ਅੱਜ ਗੁਰੂ ਅਮਰਦਾਸ ਜੀ ਦਾ ਅਭਿਨੰਦਨ ਤੇ ਫਿਰ ਧੰਨ ਗੁਰੂ ਰਾਮਦਾਸ ਜੀ ਦਾ ਕੱਲ੍ਹ ਨੂੰ ਅਭਿਨੰਦਨ ਕਰਾਂਗੇ। ਸਤਿਗੁਰ ਜੀ ਮਿਹਰ ਕਰਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭੱਟਾਂ ਦਾ ਗੁਰੂ ਅਮਰਦਾਸ ਜੀ ਦੀ ਸ਼ੋਭਾ ਵਿੱਚ ਉਚਾਰਨ ਕੀਤਾ ਗਿਆ ਆਖਰੀ ਸਵਈਆ, ਇਹਦੀ ਵਿਚਾਰ ਕੱਲ੍ਹ ਨੂੰ ਕੀਤੀ ਸੀ। ਤੇ ਅੱਜ ਇੱਕ ਸਵਈਆ ਆਪ ਜੀ ਨੇ ਡੰਡੌਤ ਵਿੱਚ ਸਰਵਣ ਕੀਤਾ ਹੈ। ਚਰਨ ਤਾਂ ਪਰ ਸਕਿਆਥ, ਚਰਨ ਗੁਰ ਅਮਰ ਪਵਲ ਰਹਿ। ਕਿ ਜਿਹੜੇ ਚਰਨ ਗੁਰੂ ਅਮਰਦਾਸ ਜੀ ਦੇ ਮਾਰਗ ਤੇ ਤੁਰਦੇ ਨੇ, ਉਹ ਚਰਨ, ਉਹ ਪੈਰ ਉਸੀ ਰਸਤੇ ਤੇ ਤੁਰਦਿਆਂ ਹੋਇਆਂ ਉਸ ਮੰਜ਼ਿਲੇ ਮਕਸੂਦ ਤੇ ਪਹੁੰਚ ਜਾਂਦੇ ਨੇ ਜਿਸ ਮੰਜ਼ਿਲੇ ਮਕਸੂਦ ਦੇ ਮਾਲਕ ਗੁਰੂ ਅਮਰਦਾਸ ਜੀ ਸਨ। ਜਦ ਵੀ ਕੋਈ ਨਬੀ ਪੁਰਸ਼ ਤੁਰਦਾ ਹੈ, ਉਹ ਆਪਣੇ ਪੈਰਾਂ ਦੀਆਂ ਪੈੜਾਂ ਸਦਾ ਹੀ ਛੱਡ ਕੇ ਜਾਂਦਾ ਹੈ। ਉਹਦੇ ਪੈਰਾਂ ਦੀਆਂ ਪੈੜਾਂ ਕਦੀ ਮੁੱਕਦੀਆਂ ਨਹੀਂ। ਉਹ ਸਾਰੇ ਸੰਸਾਰ ਦੇ ਲਈ ਇੱਕ ਰਸਤਾ, ਰਾਹਗੀਰ ਦਾ ਕਾਰਜ ਕਰਦੀ ਹੈ। ਤੇ ਭੱਟ ਜੀ ਕਹਿੰਦੇ ਕਿਥੇ ਇਹ ਨਾ ਸੋਚ ਲਿਓ ਕਿ ਗੁਰੂ ਅਮਰਦਾਸ ਚਲੇ ਗਏ ਨੇ। ਨਹੀਂ, ਕਿਥੇ ਨਹੀਂ ਗਏ। ਸੋ ਕਵਣ ਕਹੈ ਸ੍ਰੀ ਗੁਰੂ ਮੋਇਓ, ਗੁਰੂ ਕਿਥੇ ਨਹੀਂ ਗਏ। ਹਾਂ, ਜੇ ਕੋਈ ਗੁਰੂ ਨੂੰ ਮਿਲਣਾ ਚਾਹੁੰਦਾ ਫਿਰ ਜਿਹੜੀਆਂ ਪੈੜਾਂ ਗੁਰੂ ਅਮਰਦਾਸ ਛੱਡ ਕੇ ਗਏ ਨੇ ਆਪਣੇ ਪਿੱਛੇ, ਉਹਨਾਂ ਹੀ ਪੈੜਾਂ ਤੇ ਤੁਰਨਾ ਸ਼ੁਰੂ ਕਰੀਏ। ਜਿਹਨੂੰ ਗੁਰੂ ਰਾਮਦਾਸ ਜੀ ਨੇ ਕਿਹਾ ਸੀ, ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲਹਿ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲਨ ਥਾ। ਉਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਹੜੇ ਆਪ ਪ੍ਰਤੱਖ ਭੱਟਾਂ ਨੇ ਕਿਹਾ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਭੱਟਾਂ ਨੇ ਗੁਰੂ ਅਮਰਦਾਸ ਜੀ ਦੀ ਸ਼ੋਭਾ ਵਿੱਚ ਵੀ ਇਹੀ ਸਵਈਆ ਉਚਾਰਿਆ ਹੋਇਆ। ਇਹ ਸਵਈਆ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਹੈ। ਇੱਥੋਂ ਹੀ ਅੱਜ ਦੀ ਵਿਚਾਰਾਂ ਆਰੰਭ ਕਰੀਏ ਤੇ ਦੇਖੀਏ ਕਿ ਗੁਰੂ ਅਮਰਦਾਸ ਜੀ ਦੀ ਸਹਾਇਤਾ ਕਿਵੇਂ ਲਈ ਜਾ ਸਕਦੀ ਹੈ। ਜਿੰਨੇ ਕ ਆਪ ਗੁਰਦਰਬਾਰ ਵਿੱਚ ਮੌਜੂਦ ਹੋ, ਆਪ ਸਾਰਿਆਂ ਦੇ ਚਰਨਾਂ 'ਚ ਇਸਤਕਬਾਲ ਹੈ। ਸੰਗਤ ਰੂਪ ਦੇ ਵਿੱਚ ਜੁੜ ਕੇ ਬੈਠੇ ਹੋ, ਜਿन्हें आप घर बैठे सरवण कर रहे हो, बख्शो असीस। कोई भी रसना वांझी ना रहे। गज बज के गुरु बख्शी फतेह सांझी करो। आखो जी वाहिगुरु जी का खालसा, वाहिगुरु जी की फतेह। सच्चे पातशाह हजूर श्री गुरु ग्रंथ साहब महाराज जी का ये बचन है, क्योंकि जद भट्ट जी गुरु अमरदास जी के दरबार विच आउंदे ने ते ये देखते ने कि गुरु अमरदास जी के बारज कर दहने सिद्ध सन्मुख मुख जो है रिद बसै बाबान। रिद का मतलब है रिदियाँ, बाबान का मतलब है शरीर के एक पासे खब्बे पासे। कि गुरु अमरदास जी के सज्जे पासे सज्जे हाथ दे विच एक ऐसा ज्योतिष मत के अनुसार जिन्हों ज्योतिष विद्या दे विच कहा गया कि हाथ दे विच पदम है, पर गुरु अमरदास जी कहते ना ये पदम की कोई ताकत है ते ना ये साडे खब्बे पासे वसदियां शरीर दियां रिदियां की ताकत है। जिहड़ी ताकत है वो सारी ताकत गुरु नानक साहब जी की जोत दी है। मुक्ति गल ये है कि इहदे विच कोई लुकी गल नहीं। पर भट्ट जी कहते कि रिद बसै बाबान। गुरु अमरदास जी के शरीरां च रिदियां सिद्धियां ने। जिथे गुरु अमरदास जी तुरी जाते हैं
ਉਥੇ ਨਾਮ ਦੀਆਂ, ਉਥੇ ਦੁਨੀਆ ਦੀਆਂ ਖੁਸ਼ੀਆਂ ਦੀਆਂ, ਪਦਾਰਥਾਂ ਦੀਆਂ, ਉਥੇ ਅਨੰਤ ਅਨੰਤ ਖੇੜੇ ਦੀਆਂ ਬਰਕਤਾਂ ਖਿਲਰਦੀਆਂ ਰਹਿੰਦੀਆਂ ਨੇ, ਮੀਂਹ ਵਰਸਦਾ ਰਹਿੰਦਾ ਹੈ। ਗੁਰੂ ਅਮਰਦਾਸ ਜੀ ਦੇ ਬਾਬਤ ਇਹ ਜ਼ਿਕਰ ਹੈ, ਚਰਨ ਤਾਂ ਪਰ ਸਖਿਅਤ ਚਰਨ ਗੁਰ ਅਮਲ ਪਵਲ ਰਹਿ। ਉਹਨਾਂ ਪੈਰਾਂ ਨੂੰ ਨਮਸਕਾਰ ਹੈ, ਭੱਟ ਜੀ ਕਹਿੰਦੇ, ਜਿਹੜੇ ਪੈਰ ਗੁਰੂ ਅਮਰਦਾਸ ਦੇ ਮਾਰਗ ਤੁਰ ਪਏ ਨੇ। ਗੁਰਸਿੱਖ ਮੀਤ ਚਲੋ ਹੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤੇ ਕਥਾ ਦਾ ਜ਼ਿਕਰ ਤੇ ਰਾਤੀ ਵੀ ਪੜਿਆ ਸੀ। ਇਹ ਤਿੰਨ ਸ਼ਲੋਕ ਇਕੱਠੇ ਪੜੇ ਸਨ, ਤਿੰਨ ਪੌੜੀਆਂ ਇਕੱਠੀਆਂ ਪੜੀਆਂ ਸਨ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਭਾਵੇਂ ਕਿ ਭੱਟ ਜੀ ਕਹਿੰਦੇ ਹੈ ਕਿ ਉਸ ਚਾਲ ਤੇ ਤੁਰੋ ਜਿਸ ਚਾਲ ਤੇ ਗੁਰੂ ਅਮਰਦਾਸ ਤੁਰੇ ਨੇ, ਪਰ ਨਾਲ ਗੁਰੂ ਅਮਰਦਾਸ ਜੀ ਨੂੰ ਜੇ ਪੁੱਛਿਆ ਜਾਏ ਮਹਾਰਾਜ ਤੁਰੀਏ, ਗੁਰੂ ਅਮਰਦਾਸ ਜੀ ਕਹਿੰਦੇ ਸ਼ਰਤ ਹੈ, ਇਹ ਚਾਲ ਸੌਖੀ ਨਹੀਂ ਹੈ। ਇਸ ਚਾਲ ਵਿੱਚ ਤੁਰਨ ਲੱਗਿਆਂ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੈ ਸਭ ਸੋਏ। ਬਿਨ ਬੋਲਿਆਂ ਸਭ ਕਿਛ ਜਾਣਦਾ, ਕਿਸ ਆਗੈ ਕੀਚੈ ਅਰਦਾਸ। ਬੋਲਿਆ ਝੱਖਣ ਆਖਿਆ। ਮਹਾਰਾਜ ਕਹਿੰਦੇ ਇਸ ਧਰਤੀ ਤੇ ਬੋਲ ਬੋਲ ਕੇ ਕੁਬੋਲ ਬੋਲਣ ਵਾਲੇ ਬਹੁਤ ਨੇ, ਪਰ ਬੋਲਣ ਨਾਲੋਂ ਗੁਰੂ ਅਮਰਦਾਸ ਜੀ ਕਹਿੰਦੇ ਸਾਨੂੰ ਉਹ ਚੰਗੇ ਲੱਗਦੇ ਨੇ ਜਿਨ੍ਹਾਂ ਨੂੰ ਅੰਦਰ ਪੀਣਾ ਆਉਂਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਆ ਕਿ ਇਸ ਧਰਤੀ ਤੇ ਕਈ ਬੰਦੇ ਕਹਿੰਦੇ ਆ ਨਹੀਂ ਜੀ ਅਸੀਂ ਤੇ ਮੂੰਹ ਫਾਟਾਂ, ਅਸੀਂ ਤੇ ਜੋ ਆਇਆ ਮੂੰਹ ਤੇ ਬੋਲ ਦਿੰਦੇ ਆ, ਪਰ ਗੁਰੂ ਅਮਰਦਾਸ ਜੀ ਕਹਿੰਦੇ ਨਹੀਂ, ਮੈਨੂੰ ਉਹ ਪਸੰਦ ਹੈ ਜਿਹੜਾ ਅੰਦਰ ਪੀਣਾ ਸਿੱਖ ਲਏ। ਕਿਉਂਕਿ ਇਸ ਧਰਤੀ ਤੇ ਦੋ ਪਵਾੜੇ ਦੀ ਜੜ ਇੱਕੋ ਹੀ ਚੀਜ਼ ਹੈ, ਇੱਕ ਰੋਗ ਦੀ ਤੇ ਇੱਕ ਸੋਗ ਦੀ। ਇਹਨੂੰ ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਇੱਕੋ ਇੱਕ ਜੜ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ। ਜੇ ਜ਼ੁਬਾਨ ਚੁੱਪ ਹੋ ਜਾਏ, ਸੋਗ ਦਾ ਮਤਲਬ ਹੈ ਦੁੱਖ ਕਲੇਸ਼ ਖਤਮ ਹੋ ਜਾਣਗੇ ਜੀਵਨ ਵਿੱਚੋਂ। ਤੇ ਫਿਰ ਇਹੀ ਜ਼ੁਬਾਨ ਜਦ ਆਪਣੀਆਂ ਭੁੱਖਾਂ ਤੇ ਕਾਬੂ ਪਾ ਲੇ, ਫਿਰ ਤਨ ਦੇ ਰੋਗ ਵੀ ਖਤਮ ਹੋ ਜਾਣਗੇ। ਇਸ ਕਰਕੇ ਗੁਰੂ ਅਮਰਦਾਸ ਜੀ ਨੂੰ ਮੂੰਹ ਫੱਟ ਨਹੀਂ ਚੰਗੇ ਲੱਗਦੇ। ਮੈਨੂੰ ਖਿਮਾ ਬਖਸ਼ਿਓ, ਕਿਉਂਕਿ ਇਹ ਬਚਨ ਗੁਰੂ ਅਮਰਦਾਸ ਜੀ ਦਾ ਬਹੁਤ ਨਾਹੀਂ ਬੋਲਣਾ, ਅੰਦਰੋਂ ਪੀ ਜਾਣਾ, ਅੰਦਰ ਦਾ ਜਰ ਜਾਣਾ। ਇਸ ਧਰਤੀ ਤੇ ਸਭ ਤੋਂ ਵੱਡੀ ਕਮਾਈ ਹੈ। ਭਗਤਾਂ ਨੇ ਜਰਿਆ। ਨਾਮਦੇਵ ਕਹਿੰਦੇ ਮੈਂ ਬੌਰੀ ਮੇਰਾ ਰਾਮ ਪਧਾਰ, ਰਚ ਰਚ ਤਾਕੋ ਕਰੋ ਸ਼ਿੰਗਾਰ। ਮੈਂ ਹੁਣ ਦੁਨੀਆ ਦੇ ਲੋਕਾਂ ਨਾਲ ਨਹੀਂ ਬੋਲਦਾ। ਦੁਨੀਆ ਦੇ ਲੋਕ ਇਹ ਨਹੀਂ ਕਹਿ ਸਕਦੇ ਮੈਂ ਮੂੰਹ ਫੱਟਾ। ਦੁਨੀਆ ਦੇ ਲੋਕ ਮੈਨੂੰ ਕੋਈ ਪਿਆਰ ਕਰਦੇ ਆ? ਨਹੀਂ। ਭਲੇ ਨਿੰਦੋ, ਭਲੇ ਨਿੰਦੋ, ਭਲੇ ਨਿੰਦੋ ਲੋਕ ਮੈਨੂੰ। ਲੋਕ ਤੇ ਬੜੀ ਮਾੜੀ ਗੱਲਾਂ ਕਰਦੇ ਆ, ਬੜਾ ਮਾੜਾ ਬੋਲਦੇ ਆ। ਬੋਲੀ ਜਾਓ ਭਾਈ, ਬੋਲੀ ਜਾਓ। ਮੈਂ ਅੰਦਰ ਆਪਣਾ ਥਿਰ ਕਰਨਾ ਸਿੱਖ ਲਿਆ ਕਰਤਾਰ ਤੋਂ। ਭਲੇ ਨਿੰਦੋ, ਭਲੇ ਨਿੰਦੋ, ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ। ਤੇ ਫਿਰ ਤੁਸੀਂ ਕੀ ਕਰਦੇ ਹੋ? ਕਹਿੰਦੇ ਮੈਂ ਇੱਕ ਕੰਮ ਜਿਹੜਾ ਪਹਿਲਾਂ ਕਰਦਾ ਸੀ ਉਹ ਛੱਡ ਦਿੱਤਾ, ਤੇ ਜਿਹੜਾ ਕੰਮ ਮੈਂ ਕਰਤਾਰ ਵਾਹਿਗੁਰੂ ਤੋਂ ਸਿੱਖਿਆ ਉਹ ਕਰਨਾ ਸ਼ੁਰੂ ਕਰ ਦਿੱਤਾ। ਕਿਹੜਾ ਛੱਡਿਆ ਤੇ ਕਿਹੜਾ ਕੀਤਾ? ਇੱਕ ਛੱਡ ਦਿੱਤਾ ਬੈਰ। ਕਹਿੰਦੇ ਬਾਦ ਵਿਵਾਦ ਕਾਹੂ ਸਿਉ ਨਾ ਕੀਜੈ। ਮੈਂ ਬੈਰ ਨਹੀਂ ਲੈਂਦਾ ਕਿਸੇ ਨਾਲ। ਵਾਦ ਵਿਵਾਦ ਦਾ ਮਤਲਬ ਹੈ ਬਹੁਤਾ ਬੋਲਣ ਵਾਲੀ ਬਿਰਤੀ ਮੇਰੇ ਅੰਦਰੋਂ ਖਤਮ ਹੋ ਗਈ। ਵਾਦ ਵਿਵਾਦ ਕਾਹੂ ਸਿਉ ਨਾ ਕੀਜੈ। ਕਹਿੰਦੇ ਫਿਰ ਕਹਿੰਦੇ ਰਸਨਾ ਰਾਮ ਰਸਾਇਣ ਪੀਜੈ। ਇਹ ਕੰਮ ਮੈਂ ਪਹਿਲਾਂ ਨਹੀਂ ਕਰਦਾ ਸੀ, ਕਿਉਂਕਿ ਬੋਲ ਬੋਲ ਕੇ ਤੁਸੀਂ ਰੱਬ ਦੇ ਨਾਮ ਦਾ ਅੰਮ੍ਰਿਤ ਨਹੀਂ ਪੀ ਸਕਦੇ। ਦੁਨੀਆ ਦੇ ਜਿੰਨੇ ਗਫਲਤ ਦੇ ਬੋਲ ਨੇ ਇਹ ਤੁਹਾਨੂੰ ਰੱਬ ਨਾਲ ਤੋੜਨਗੇ। ਜਦ ਦੁਨੀਆ ਦੇ ਬੋਲ ਤੁਹਾਡੇ ਅੰਦਰੋਂ ਮੁੱਕ ਜਾਣਗੇ, ਉਸ ਦਿਨ ਤੁਹਾਡੇ ਅੰਦਰ ਵਾਹਿਗੁਰੂ ਦਾ ਨਾਮ ਵੱਜਣਾ ਸ਼ੁਰੂ ਹੋਏਗਾ। ਉਸ ਰਮੇ ਹੋਏ ਵਾਹਿਗੁਰੂ ਰਾਮ ਨੂੰ ਧਿਆਓਗੇ, ਹਰ ਬੋਲੋਗੇ, ਹਰੀ ਬੋਲੋਗੇ, ਨਾਰਾਇਣ ਆਖੋਗੇ। ਉਸ ਵੇਲੇ ਤੁਸੀਂ ਕੋਈ ਵੀ ਨਾਮ ਆਖੋ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ। ਗੁਰੂ ਅਮਰਦਾਸ ਜੀ ਤੋਂ ਇਹ ਸਹਾਇਤਾ ਮੰਗੀਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਭੱਟ ਕਹਿੰਦੀ ਹੈ ਜੇ ਸਹਾਇਤਾ ਮੰਗਣੀ ਹੈ ਤੇ ਇਹ ਮੰਗੀਏ ਕਿ ਜਿਹੜੀ ਇਹ ਜ਼ਬਾਨ ਮੂੰਹ ਫੱਟ ਹੈ ਸੰਸਾਰ ਦੇ ਵਿੱਚ, ਬਹੁਤ ਬੋਲਦੀ ਹੈ, ਬੋਲਦਿਆਂ ਝਕਦੀ ਨਹੀਂ, ਇਹ ਜ਼ਬਾਨ ਦੇ ਵਿੱਚ ਸਹਿਜ ਆ ਜਾਏ। ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਫਿਰ ਮਹਾਰਾਜ ਤੁਰ ਸਕਦੇ ਹਾਂ? ਗੁਰੂ ਅਮਰਦਾਸ ਜੀ ਕਹਿੰਦੇ ਤੁਰ ਤੇ ਸਕਦੇ ਹੋ, ਪਰ ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ।
ਤੇ ਇਸ ਮਾਰਗ ਤੇ ਜਿਹੜੀ ਮਾਰਗ ਦੀ ਧਾਰ ਖੰਡੇ ਧਾਰ ਹੈ, ਜਿਸ ਮਾਰਗ ਦੀ ਲੜੀ, ਜਿਸ ਮਾਰਗ ਤੇ ਤੁਰਿਆ ਵਾਲ ਜਿੰਨੀ ਬਰੀਕ ਤੇ ਤੇਗ ਦੀ ਧਾਰ ਜਿੰਨੀ ਤਿੱਖੀ, ਤੇ ਇਸ ਮਾਰਗ ਤੇ ਉਹੀ ਤੁਰ ਸਕਦਾ ਜਿਹੜਾ ਹਲਕਾ ਹੈ। ਹਲਕੇ ਦਾ ਮਤਲਬ ਜਿਸ ਮਨ ਦੇ ਵਿੱਚ ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਜਿਨੇ ਆਪਣੇ ਬੋਝ ਨੂੰ ਤਿਆਗ ਦਿੱਤਾ, ਜਿਹਦੇ ਅੰਦਰ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਭ ਧਰੋ, ਇਹ ਸਾਰੇ ਜਿਨੇ ਬੋਝ ਛੱਡ ਦਿੱਤੇ ਹੈ, ਉਹ ਬੋਝ ਛੱਡਣ ਵਾਲਾ ਗੁਰੂ ਦੀ ਕਿਰਪਾ ਨਾਲ ਜਿਹੜਾ ਆਪਣਾ ਆਪ ਤਿਆਗਦਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਜਿਹੜੇ ਮਨ ਦੇ ਅੰਦਰ, ਅੱਛਾ ਜੇ ਅਸੀਂ ਨਹੀਂ ਬੋਲੀਏ ਤੇ ਫਿਰ ਸਾਡੇ ਤੇ ਢਿੱਡ ਪੀੜ ਹੁੰਦੇ ਆ, ਸਾਨੂੰ ਤੇ ਨੀਂਦ ਨਹੀਂ ਆਉਂਦੀ। ਕਈਆਂ ਨੂੰ ਇਹ ਹੁੰਦਾ ਕਿ ਚਲੋ ਚੰਗਾ ਬੋਲ ਲਿਆ ਤੇ ਬੋਝ ਉਤਰ ਗਿਆ। ਤੇ ਗੁਰੂ ਅਮਰਦਾਸ ਜੀ ਕਹਿੰਦੇ ਇਹ ਕੋਈ ਇਲਾਜ ਥੋੜੀ ਹੈ। ਅੱਜ ਤੇਰੇ ਮਨ 'ਚ ਕ੍ਰੋਧ ਆਇਆ, ਅੱਜ ਤੂੰ ਕ੍ਰੋਧ ਕੱਢ ਦਿੱਤਾ, ਕੱਲ ਫਿਰ ਆਏਗਾ, ਕੱਲ ਫਿਰ ਕੱਢ ਦੇਗਾ, ਪਰਸੋਂ ਫਿਰ ਆਏਗਾ, ਫਿਰ ਕਹੇਗਾ ਚਲੋ ਕੱਢ ਕੇ ਮੈਂ ਹੌਲਾ ਹੋ ਗਿਆ। ਸਾਰੀ ਉਮਰ ਕ੍ਰੋਧ ਆਉਂਦਾ ਰਹੇਗਾ, ਸਾਰੀ ਉਮਰ ਨਿੰਦਾ ਚੁਗਲੀ ਅੰਦਰ ਚਲਦੀ ਰਹੇਗੀ, ਭਰਿਆ ਰਹੇਗਾ ਕਿਸੇ ਨਾ ਕਿਸੇ ਦੇ ਵੇਖ ਕੇ ਸੁਭਾਅ ਨੂੰ ਮਨ ਮੁਟਾਵ। ਫਿਰ ਤੂੰ ਕਹੇਗਾ ਮੈਂ ਰੋਜ਼ ਕੱਢ ਕੇ ਹੌਲਾ ਹੋ ਜਾਂਦਾ। ਫਿਰ ਮਹਾਰਾਜ ਕਹਿੰਦੇ ਬੰਦਗੀ ਕਦ ਕਰੇਗਾ ਮੈਨੂੰ ਦੱਸ। ਫਿਰ ਤੇ ਭਰ ਕੇ ਡੋਲ ਦਿੱਤਾ, ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਉ, ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ। ਇਹ ਮਹਾਰਾਜ ਕਹਿੰਦੇ ਆ ਮੈਂ ਤੈਨੂੰ ਜੁਗਤ ਸਿਖਾਵਾਂ। ਜਿਹੜਾ ਤੇਰੇ ਅੰਦਰ ਭਰਦਾ ਹੈ ਨਾ ਦੁਨੀਆ ਨੂੰ ਵੇਖ ਕੇ, ਤੂੰ ਦੁਨੀਆ ਨੂੰ ਵੇਖ ਕੇ ਆਪਣੇ ਅੰਦਰ ਬੜਾ ਨਿੰਦਾ ਰੂਪੀ, ਬੜੀ ਈਰਖਾ ਰੂਪੀ ਲਫ਼ਜ਼ਾਂ ਨੂੰ ਕਿ ਮੈਂ ਉਹਨੂੰ ਵੀ ਮੈਂ ਸੁਣਾਵਾਂਗਾ, ਜਿੰਨਾ ਚਿਰ ਤੱਕ ਨਹੀਂ ਉਹਨਾਂ ਚਿਰ ਤੱਕ ਮੈਂ ਹੌਲਾ ਨਹੀਂ ਹੋਵਾਂਗਾ। ਮਹਾਰਾਜ ਕਹਿੰਦੇ ਆ ਗੁਰੂ ਦਾ ਸ਼ਬਦ ਵਸਾਲ ਹੈ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਉਹ ਜਿਹੜਾ ਤੇਰੇ ਅੰਦਰ ਭਰਿਆ ਹੋਇਆ ਦੇਖੀ ਉਹ ਗੁਰੂ ਦੇ ਸ਼ਬਦ ਵਿੱਚ ਹੀ ਸਮਾ ਜਾਏਗਾ, ਉਹਨੂੰ ਕੱਢਣ ਦੀ ਲੋੜ ਹੀ ਨਹੀਂ ਪੈਣੀ। ਉਹ ਕਿੱਥੇ ਚਲਾ ਜਾਏਗਾ ਤੈਨੂੰ ਲੱਭੇਗਾ ਹੀ ਨਹੀਂ। ਤੇਰੇ ਅੰਦਰ ਅੱਜ ਭਰਿਆ ਹੋਇਆ ਕਿਉਂਕਿ ਗੁਰੂ ਦਾ ਸ਼ਬਦ ਨਹੀਂ ਹੈ। ਜਿਸ ਦਿਨ ਗੁਰੂ ਦਾ ਸ਼ਬਦ ਅੰਦਰ ਆ ਗਿਆ, ਤੇਰੇ ਅੰਦਰ ਭਰੀ ਹੋਈ ਸਾਰੀ ਨਫ਼ਰਤ ਉਹ ਗੁਰੂ ਦੇ ਸ਼ਬਦ ਵਿੱਚ ਹੀ ਸਮਾ ਜਾਏਗੀ, ਤੈਨੂੰ ਮੂੰਹ ਤੋਂ ਕੱਢਣ। ਇਹ ਸਹਾਇਤਾ ਹੈ ਗੁਰੂ ਅਮਰਦਾਸ ਜੀ ਤੋਂ ਮੰਗਣ ਦੀ। 12 ਸਾਲ ਗਾਗਰ ਢੋਈ ਪਰ ਹਰ ਵਾਸਨਾ ਸਮਾਣੀ। ਜੇ ਖੱਡੀ ਦੇ ਨਾਲ ਡਿੱਗ ਕੇ ਬਿਲਕੁਲ ਐ ਪਾਣੀ ਦੀ ਗਾਗਰ ਵੀ ਡਿੱਗ ਜਾਂਦੀ ਜਲ ਦੀ, ਤੇ ਤਾਂ ਵੀ ਉਹ ਬੁਰਾ ਨਹੀਂ ਕਹਿੰਦੇ, ਤਾਂ ਵੀ ਹਰ ਵਾਸਨਾ ਸਮਾਣੀ ਹੈ। ਕਿੰਨਾ ਕੁਛ ਹੈ। ਅਸੀਂ ਫਿਰ ਕਈ ਅਸੀਂ ਭਰ ਜਾਂਦੇ ਹਾਂ, ਬੋਲ ਕੇ ਖਾਲੀ ਹੋ ਜਾਂਦੇ ਹਾਂ। ਇਹ ਜੁਗਤ ਦੁਨੀਆ ਦੀ ਹੋ ਸਕਦੀ ਹੈ, ਪਰ ਭਗਤਾਂ ਦੀ ਨਹੀਂ ਹੋ ਸਕਦੀ। ਇਹ ਜੁਗਤ ਦੁਨੀਆ ਅਪਣਾ ਸਕਦੀ ਹੈ ਕਿ ਭਰ ਗਏ ਤੇ ਕੱਢ ਦਿੱਤਾ। ਕਹਿ ਦਿੰਦੇ ਹੈ ਸਾਈਕੈਟਰਿਸਟ ਵੀ ਕਹਿ ਦਿੰਦੇ ਆ ਜੋ ਮਨ 'ਚ ਇਹ ਕੱਢ ਦੋ, ਪਰ ਉੱਥੇ ਤੱਕ ਤੇ ਨੌਬਤ ਹੀ ਨਹੀਂ ਆਉਣ ਦੇਣੀ ਗੁਰੂ ਅਮਰਦਾਸ ਜੀ ਨੇ। ਕਿ ਸ਼ਬਦ ਦੀ ਅੰਦਰ ਪ੍ਰੀਤ ਏਡੀ ਵੱਡੀ ਹੋ ਗਈ ਕਿ ਉਹ ਸ਼ਬਦ ਸਭ ਕੁਝ ਜਜ਼ਬ ਕਰ ਗਿਆ। ਜਿਸ ਤਰ੍ਹਾਂ ਬ੍ਰਹਮ ਗਿਆਨੀ ਦਾ ਸੁਭਾਅ ਸਭ ਕੁਝ ਜਜ਼ਬ ਕਰਨ ਵਾਲਾ ਹੈ ਨਾ। ਕਹਿੰਦੇ ਕਿਹੋ ਜਿਹਾ ਹੁੰਦਾ ਹੈ? ਕਹਿੰਦੇ ਜਿਵੇਂ ਧਰਤੀ ਸਭ ਕੁਝ ਜਜ਼ਬ ਕਰੀ ਜਾ ਰਹੀ ਹੈ। ਦੁਨੀਆ ਕਿੰਨੇ ਜ਼ਹਿਰ ਛੱਡ ਰਹੀ ਹੈ, ਅਸੀਂ ਕਿੰਨੇ ਪੈਸਟੀਸਾਈਡਸ, ਕਿੰਨੇ ਜ਼ਿਆਦਾ ਕੈਮੀਕਲਸ, ਕਿੰਨੇ ਜ਼ਿਆਦਾ ਇੰਡਸਟਰੀਅਲ ਵੇਸਟ, ਆਪਣੀ ਸਾਰੀ ਅਸੀਂ ਮਲੀਨਤਾ ਧਰਤੀ ਦੇ ਵਿੱਚ ਪਾਉਂਦੇ ਹਾਂ, ਧਰਤੀ 'ਚ ਸੁੱਟਦੇ ਹਾਂ। ਕਦੀ ਧਰਤੀ ਸਾਨੂੰ ਦੋਸ਼ ਦਿੰਦੀ ਹੈ? ਬ੍ਰਹਮ ਗਿਆਨੀ ਕਹਿ ਧੀਰਜ ਏਕ। ਜੇ ਬ੍ਰਹਮ ਗਿਆਨੀ ਦਾ ਸੁਭਾਅ ਹੀ ਹੋ ਜੇ ਨਾ ਕਿ ਜਦ ਮੈਂ ਬੋਲਾਂਗਾ ਨਹੀਂ ਉਹਨਾਂ ਚਿਰ ਤੱਕ ਮੈਂ ਬਿਲਕੁਲ ਸਬਰ ਦਾ ਜਾਂ ਆਰਾਮ ਦਾ ਚੈਨ ਦਾ ਸਾਹ ਨਹੀਂ ਲਾਂਗਾ ਜਾਂ ਸੋਵਾਂਗਾ ਨਹੀਂ, ਫਿਰ ਤੇ ਬ੍ਰਹਮ ਗਿਆਨੀ ਕੋਈ ਹੋ ਹੀ ਨਹੀਂ ਸਕਦਾ। ਬ੍ਰਹਮ ਗਿਆਨੀ ਦਾ ਸੁਭਾਅ ਤੇ ਹੈ ਹਰ ਵਾਸਨਾ ਸਮਾਣੀ, ਜਿਵੇਂ ਧਰਤੀ ਦਾ ਸੁਭਾਅ ਹੈ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜੋ ਬਸਦਾ ਕੋ ਖੁਦ ਹੈ ਕੋ ਚੰਦਨ ਲੇਪ। ਇਸ ਕਰਕੇ ਹੈ ਇਹ ਔਖਾ। ਇਹੀ ਤੇ ਸਹਾਇਤਾ ਮੰਗਣੀ ਹੈ ਗੁਰੂ ਅਮਰਦਾਸ ਜੀ ਤੋਂ। ਸਤਿਗੁਰੂ ਜੀ ਇਹ ਜਿਹੜਾ ਬਿਖਮ ਮਾਰਗ ਹੈ, ਪਰ ਅਸੀਂ ਚੱਲ ਨਹੀਂ ਸਕਦੇ। ਜਿਉਂ ਤੂੰ ਚਲਾਹੇ, ਬਸ ਸਭ ਤੋਂ ਪਹਿਲੀ ਸ਼ਰਤ ਇਹ ਹੈ, ਜਿਉ ਤੂੰ ਚਲਾਹੇ ਤਿਵ ਚੱਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੇਂ ਚੱਲੈ, ਜਿਨਾ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ। ਜਦ ਅਸੀਂ ਪਹਿਲਾਂ ਕੁਛ ਬੜਬੜਾਈ ਜਾਂਦੇ ਸਾਂ, ਮੂੰਹ 'ਚ ਕੁਛ ਨਾ ਕੁਛ ਬੋਲੀ ਜਾਂਦੇ ਸਾਂ, ਪਰ ਹੁਣ ਹਰ ਹਰ ਜ਼ੁਬਾਨ ਤੇ ਆ ਗਿਆ, ਹਰ ਹਰ ਬੋਲਣ ਲੱਗ ਗਏ। ਗੁਰੂ ਅਮਰਦਾਸ ਜੀ ਤੂੰ ਸਹਾਇਤਾ ਮੰਗੀ ਹੈ ਤਾਂ ਹੈ।
ਇਹ ਹੈ ਸਹਾਇਤਾ। ਜਿਤ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਸਹਾਈ ਹੁੰਦਾ ਹੈ, ਫਿਰ ਪਤਾ ਲੱਗਦਾ ਹੈ ਜਿਵ ਤੂੰ ਚਲਾਹੇ ਤਿਵ ਚੱਲਾਂ स्वामी होर क्या जाना गुण तेरे। ज्यों तू चलाहे तिव चला स्वामी होर क्या जाना गुण तेरे। जिव तू चलाए तिवें चलै जिना मार्ग पावे कर किरपा जिन नाम लाए से हर हर सदा ध्यावे। ते फिर आ गई ना कथा दी गल, जिसनों कथा सुनाए अपनी से गुरद्वारा सुख पावे। कह नानक सच्चे साहिब जो भावै तिवें चला। जिवें तुहानूं भाए, यह सहायता का पहला गुण है। अपनी चाल थोड़ी चलनी है। हुणे बोलिया कि चाल है गुरसिख मीत चलो गुर चाली। जो गुर कहे सोई भल मानो हर हर कथा निराली। गुरु की दसी हुई बात, गुरु का उपदेश ये निराला है, ये अगमी है, ये सुख देण वाला है। चरण तां पर सकियाथ। भट्ट जी कहते मैं होस हर एक जी जिग्यासू गुरमुख दे चरणां नूं चुमना चाहुंदा, जिहड़े चरण गुरु अमरदास जी दीआं पैड़ां ते तुरना शुरू हो गए ने। क्यों? क्योंकि दुनिया दे लोग हर बंदा अपने पैड़ां नूं बना के गया। इत्थे निंदक बंदा मरण तो बाद भी दुनिया दे लोकां दे विच सुनिया ते कहा जांदा कि बई बाकी ते ठीक सी पर निंदा बड़ी करदा सी। निंदक अपनी निंदा दीआं पैड़ां छड्ड के जांदा है। पापी बंदा जिहड़ा है वो कहंदे बाकी ते ठीक सी पर इहदा पाप ही इहनूं बदनाम कर गया। मरण तो बाद भट्ट जी कहंदे है तुहाडीआं पैड़ां तुसी चले जाओगे पर तुहाडीआं पैड़ां तुहाडे सुभाਅ नूं नहीं छड्डणगीआं। तुहाडा सुभाਅ लालची है। असी भावें अज चले जाइए इस संसार तो पर पैड़ां साडीआं लालच वाले मार्ग ते लोकी कहणगे कि लालची सी, ये सुभाਅ सी। इस करके भट्ट जी कहंदे आ तुरन लग्या ये जरूर सोच लेना कि असी संसार दे लई पिछे अपने परिवार लई अपने जियां लई किहड़ियां पैड़ां छड्ड के जा रहे हैं, किहड़े पैरां दे निशान छड्ड के जा रहे हैं। ये निशान कदी मिटने नहीं, कदी नहीं मिटने। और ਜਿਹੜੀਆਂ पैड़ां ते बंदा जिस तरह का सुभाਅ पका के जाता है, जे कोई बंदा उसी पैड़ां ते तुरन लग जाए उहदे वर्गा ही हो जाएगा, उहदे वर्गा ही हो जाएगा। मस्कीन जी अक्सर क्या करते सन, कहंदे बंदे दे सुभाਅ दे अंदर कदी अपने मित्र दिन रात चेते नहीं रहिंदे, जे चेते रहिंदे ते दुश्मन चेते रहिंदे। कहंदे सुभाਅ बन जाता है बंदे दा, मित्रता नालों दुश्मनी ज़्यादा चेते रहिंदी है। क्यों? बंदा अपना मित्र वर्गा घट बनता है, बंदा अपना दुश्मन वर्गा ज़्यादा बनता है। पैड़ां हैगियां, जिस बंदे दियां पैड़ां जिस पासे तुर रही ने। बाणी बड़ी असीम गल करती है, ये सारी साइकोलॉजी लुकी हुई है, सारे जीवन का तत्त सार। ताइयों ते गुरु अमरदास जी ने कहा ना कि जे कथा सुन के गुरुद्वारे गुरु दे राही नहीं, कोई गुरुद्वारा कोई इमारत थोड़ी है, गुरुद्वारा एक धर्मसाल है, गुरुद्वारा एक मानसिक बीमारी का इलाज है, गुरुद्वारा एक डोले हुए मन नूं अडोल करन वाली दात है, थां है। गुरुद्वारा एक दुनिया की भज नठ तो थोड़ा चिर अपने मन ते तन नूं एकाग्र करन दी अगमी थां है। गुरुद्वारा निरंकार दे देश ते जाउण दी एक पेव्स वे टूवर्ड्स अल्टीमेट रियलिटी, एक ब्रिज है, एक रस्ता है, एक गेट है, एक दरवाज़ा है। ते गुरुद्वारा अनाथालय है। क्यों? इस सरदल तो बाद असी सारे अनाथ हाँ, समेत मेरे। इत्थे आके असी अनाथ नहीं रह सकते। इत्थे आके वैदो ना वाई भैणों ना भाई एको सहाई राम है। ये सच्ची मुची अनाथां नूं रखण वाली थां है। साडे वर्गियां नूं जिन्हों गुरु साहब कहते हम रुलते फिरते कोई बात ना पूछता, गुर सतगुर संग कीरे हम थापे। जिसनों कथा सुनाए अपनी से गुरुद्वारा सुख पावे। यह है अरदास, यह है सुख मंगण दी थां, यह है गुरु अमरदास जी की सहायता। पर गुरु अमरदास जी ने क्या सहायता लैण लई गुरु कोल ते आना पएगा। से गुरुद्वारा सुख पावे। जे असी गुरुद्वारियां दे बाहरों लंघना शुरू कर दिता, नहीं जी बाहरों मत्था टेक लिया, वो भलिया टेक लिया, कदी कदी टेक लिया, पर कदी आके गुरु की सरदल ते नतमस्तक होके बहना ते सिख
ਤੇ ਬਹਿ ਕੇ ਹੀ ਤੇ ਗੁਰੂ ਦੀਆਂ ਪੈੜਾਂ ਨੂੰ ਵੇਖਿਆ ਜਾਏਗਾ, ਉਸ ਪੈੜਾਂ ਤੇ ਤੁਰਿਆ ਜਾਏਗਾ। ਜਿਵੇਂ ਗੁਰੂ ਕਹਿੰਦੇ ਨੇ ਪਹਿਲਾਂ ਮਨ ਬਣਾਉਣਾ ਪੈਂਦਾ ਪੈੜਾਂ ਤੇ ਤੁਰਨ ਲਈ। ਮਨ ਜੇ ਨਹੀਂ ਬਣਿਆ ਫਿਰ ਅਸੀਂ ਤੁਰ ਨਹੀਂ ਸਕਦੇ। ਜਿੰਨੇ ਵੀ ਇਸ ਧਰਤੀ ਤੇ ਸਫਰੀ ਹੋਏ ਨੇ, ਸਫ਼ਰ ਕਰਨ ਵਾਸਤੇ ਤੁਰਦੇ ਨੇ, ਪਹਿਲਾਂ ਉਹ ਵਿਉਂਤ ਬਣਾਉਂਦੇ ਆ ਬਈ ਇਸ ਰਸਤੇ ਤੋਂ ਇੱਧਰ ਜਾਣਾ, ਇੱਧਰੋਂ ਇੱਧਰ ਜਾਵਾਂਗੇ ਤੇ ਕੁੱਲ ਇੰਨੇ ਦਿਨਾਂ ਦੇ ਵਿੱਚ ਸਫ਼ਰ ਪੂਰਾ ਕਰਕੇ ਵਾਪਸ ਆਵਾਂਗੇ। ਪਹਿਲਾਂ ਇੱਥੇ ਬਣਾਇਆ ਜਾਂਦਾ। ਉਸ ਪੈੜਾਂ, ਉਸ ਗੁਰੂ ਅਮਰਦਾਸ ਦੀਆਂ ਪੈੜਾਂ ਤੇ ਤੁਰਨ ਲਈ ਵਿਉਂਤ ਗੁਰੂਦੁਆਰੇ ਵਿੱਚ ਬਣਨੀ ਹੈ, ਗੁਰੂ ਦੇ ਸ਼ਬਦ ਰਾਹੀਂ ਬਣਨੀ ਹੈ। ਚਰਨ ਤਾਂ ਪਰ ਸਕਿਅਤ ਚਰਨ ਗੁਰ ਅਮਰ ਪਵਲ ਰਹਿ। ਉਹਨਾਂ ਪੈਰਾਂ ਨੂੰ ਨਮਸਕਾਰ ਜਿਹੜੇ ਪੈਰ ਗੁਰੂ ਅਮਰਦਾਸ ਦੇ ਮਾਰਗ ਤੇ ਤੁਰ ਪਏ। ਤੇ ਬਾਬਾ ਸ਼ੇਖ ਫਰੀਦ ਵੀ ਕਹਿੰਦੇ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਨੂੰ। ਉਹਨਾਂ ਪੈਰਾਂ ਨੂੰ ਮੈਂ ਚੁੰਮ ਲਵਾਂ ਜਿਹੜੇ ਪੈਰ ਸੱਚ ਮਾਰਗ ਤੇ ਤੁਰ ਪਏ ਨੇ, ਜਿਹੜੇ ਗੁਰੂ ਦੀਆਂ ਰੱਬ ਦੀਆਂ ਪੈੜਾਂ ਤੇ ਤੁਰ ਪਏ ਨੇ, ਰੱਬ ਦੇ ਰਸਤਿਆਂ ਤੇ ਤੁਰ ਪਏ ਨੇ। ਤੇ ਰੱਬ ਦੇ ਰਸਤੇ ਤੇ ਤੁਰਨਾ ਬੜਾ ਔਖਾ ਹੈ। ਨਿੰਦਣਗੇ ਲੋਕੀ। ਕਬੀਰ ਸਾਹਿਬ ਨੇ ਕਿਹਾ ਮੈਨੂੰ ਵੀ ਨਿੰਦਣਾ ਲੋਕਾਂ ਨੇ ਸ਼ੁਰੂ ਕੀਤਾ, ਪਰ ਮੈਂ ਬੇਪਰਵਾਹ ਹੋ ਗਿਆ ਤੇ ਕਹਿ ਦਿੱਤਾ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ। ਨਿੰਦਾ ਜਨਤੇ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਨਾਮਦੇਵ ਦਾ ਤੇ ਹੁਣੇ ਬਚਨ ਪੜਿਆ। ਨਾਮਦੇਵ ਤੇ ਇਹੀ ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਨਿੰਦ ਲਓ ਮੈਨੂੰ, ਮੈਂ ਬੌਰੀ, ਮੈਂ ਹੁਣ ਬੌਰੀ ਹੋ ਗਈ ਹਾਂ, ਮੈਨੂੰ ਹੋਰ ਕੋਈ ਰਸਤਾ ਦਿਸਦਾ ਹੀ ਨਹੀਂ। ਮੇਰਾ ਰਾਮ ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਜਪੋ ਜੀ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ। ਲੋਕ ਨਿੰਦਕਾਂ ਨੂੰ ਮੈਂ ਭਲਾ ਆਖਦਾ, ਨਾਮਦੇਵ ਕਹਿੰਦੇ ਲੋਕੀ ਨਿੰਦਕਾਂ ਨੂੰ ਮਾੜਾ ਆਖਦੇ, ਮੈਂ ਭਲਾ ਆਖਦਾ। ਤਨ ਮਨ ਰਾਮ ਪਿਆਰੇ ਜੋਗ ਬੈਰ ਬਾਦ ਵਿਵਾਦ ਕਾਹੂ ਸਿਉ ਨਾ ਕੀਜੈ। ਰਸਨਾ ਰਾਮ ਰਸਾਇਣ ਪੀਜੈ ਜੀ ਜਾਨ ਅਬ ਐਸੀ ਬਨੇ ਆਈ। ਕਹਿੰਦੇ ਇਸ ਮਾਰਗ ਤੇ ਤੁਰਿਆ ਸੁਣੋ, ਕਹਿੰਦੇ ਇਹੋ ਜਿਹਾ ਹੋ ਗਿਆ ਜੀ ਜਾਨ ਐਸੀ ਬਨਿਆਈ ਮਿਲੈ ਗੋਪਾਲ ਨਿਸ਼ਾਨ ਵਜਾਈ। ਕਹਿੰਦੇ ਭਾਵੇਂ ਰੱਜ ਕੇ ਨਿੰਦ ਲੋ, ਨਿਸ਼ਾਨ ਦਾ ਮਤਲਬ ਨਗਾੜਾ। ਮੈਂ ਨਗਾੜੇ ਦੀ ਚੋਟ ਉੱਤੇ, ਨਗਾੜੇ ਦੀ ਡੰਗ ਉੱਤੇ ਕਵਾਂਗਾ ਮੈਂ ਰੱਬ ਦੇ ਮਾਰਗ ਤੇ ਤੁਰਿਆ ਹੋਇਆ। ਮੈਂ ਨਗਾੜਾ ਵਜਾ ਕੇ ਡੰਕ ਵਜਾਈ, ਨਿਸ਼ਾਨ ਵਜਾਈ ਦਾ ਮਤਲਬ ਹੈ ਡੰਕ, ਨਗਾੜਾ। ਮੈਂ ਬਿਲਕੁਲ ਬੇਪਰਵਾਹ ਹੋ ਕੇ ਕਵਾਂਗਾ ਕਿ ਹਾਂ ਮੈਂ ਰੱਬ ਦੇ ਮਾਰਗ ਤੇ ਤੁਰਿਆ, ਭਾਵੇਂ ਮੈਨੂੰ ਨਿੰਦ ਲੋ, ਕਿ ਮੈਂ ਉਸ ਗੋਪਾਲ ਨੂੰ ਮਿਲਣ ਵਾਸਤੇ ਡੰਕ। ਇਸ ਕਰਕੇ ਕਹੋ ਕਬੀਰ ਅਬ ਜਾਣਿਆ ਜਬ ਜਾਣਿਆ ਤਾਉ ਮਨ ਮਾਨਿਆ, ਮਨ ਮਾਨੈ ਲੋਗ ਨਾ ਪਤੀਜੈ, ਨਾ ਪਤੀਜੈ ਤਾਉ ਕਿਆ ਕੀਜੈ। ਕੀ ਕਰ ਸਕਦੇ ਆ, ਕੀ ਕਰ ਸਕਦੇ ਆ। ਤੁਰ ਪਏ ਇਸ ਮਾਰਗ ਤੇ। ਗੁਰੂ ਨਾਨਕ ਸਾਹਿਬ ਜੀ ਨੂੰ ਤੇ ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਬੇਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਪਰ ਮੈਂ ਬੌਰਾਨਾ ਹਾਂ ਲੋਕੀ ਕਹਿੰਦੇ ਆ, ਪਰ ਹਾਂ ਹਰ ਬਿਨ ਅਵਰ ਨਾ ਜਾਣਾ। ਦੂਜਾ ਮੈਂ ਵੇਖਿਆ ਹੀ ਨਹੀਂ ਕੋਈ। ਨਿਸ਼ਾਨਾ ਮੇਰਾ ਉਹ ਹੈ, ਪੈੜਾਂ ਮੈਂ ਰੱਬ ਦੀਆਂ ਦੇਖ ਲਈਆਂ, ਬਸ ਉਸ ਪੈੜਾਂ ਤੇ ਤੁਰ ਪਿਆ ਮੈਂ। ਉਹਨਾਂ ਰਸਤਿਆਂ ਦਾ ਮੈਂ ਰਾਹੀ ਹੋ ਗਿਆ ਜਿਹੜਾ ਰਸਤਾ ਕਰਤਾਰ ਵੱਲ ਲੈ ਕੇ ਜਾਂਦਾ। ਇਸ ਕਰਕੇ ਮਹਾਰਾਜ ਜੀ ਦੀ ਬਾਣੀ ਕਿੰਨਾ ਸਹਾਈ ਹੁੰਦੀ ਹੈ ਹਰ ਇੱਕ ਕਦਮ ਦੇ ਵਿੱਚ। ਚਰਨ ਤਾਂ ਪਰ ਸਕਿਅਤ ਚਰਨ ਗੁਰ ਅਮਲ ਪਵਲ ਰਹਿ। ਉਹ ਚਰਨ ਧਨ ਨੇ ਜਿਹੜੇ ਤੁਰ ਪਏ ਨੇ ਗੁਰੂ ਅਮਰਦਾਸ ਜੀ ਦੇ ਦੱਸੇ ਮਾਰਗ। ਹੱਥ ਤਾਂ ਪਰ ਸਕਿਅਤ, ਹੱਥ ਲੱਗੈ ਗੁਰ ਅਮਰ ਪੈ। ਉਹ ਹੱਥ ਵੀ ਚੁੰਮਣ ਯੋਗ ਨੇ, ਉਹ ਹੱਥ ਵੀ ਧਨ ਨੇ ਜਿਨ੍ਹਾਂ ਹੱਥਾਂ ਦੇ ਨਾਲ ਬੁਰੇ ਕੰਮ ਨਹੀਂ ਹੁੰਦੇ ਹੋਣ, ਜਿਹੜੇ ਹੱਥ ਮਾੜਾ ਨਹੀਂ ਕਰਦੇ, ਜਿਨ੍ਹਾਂ ਹੱਥਾਂ ਨੂੰ ਗੁਰੂ ਅਮਰਦਾਸ ਜੀ ਦੇ ਗਿਆਨ ਤੇ ਧਿਆਨ ਦਾ ਸਪਰਸ਼ ਮਿਲ ਗਿਆ, ਜਿਹੜੇ ਹੱਥ ਕਾਬੂ ਆ ਗਏ ਨੇ ਪਾਪ ਕਰਨ ਤੋਂ, ਵੈਰ ਵਿਰੋਧ ਕਰਨ ਤੋਂ। ਜੀ ਤਾਂ ਪਰ ਸਕਿਅਤ ਜੀ ਗੁਰ ਅਮਰ ਭਣੀਜੈ। ਜ਼ੁਬਾਨ ਧਨ ਹੈ ਜਿਸ ਜ਼ੁਬਾਨ ਤੋਂ ਦਿਨ ਰਾਤ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਕਹੀ ਨਾ। ਤੋਹੇ ਬਣਿਆ ਕੋਈ ਕਹਿ ਹੀ ਨਹੀਂ ਸਕਦਾ। ਅੱਗੇ ਕਹਿੰਦੇ ਨੈਣ ਤਾਂ ਪਰ ਸਕਿਅਤ ਨੈਣ ਗੁਰ ਅਮਰ ਪਖੀਜੈ। ਜਿਨ੍ਹਾਂ ਅੱਖਾਂ ਦੇ ਵਿੱਚ ਗੁਰੂ ਵਸ ਗਿਆ, ਉਹ ਅੱਖਾਂ ਕਿੰਨੀਆਂ ਕੀਮਤੀ ਨੇ। ਉਹਨਾਂ ਅੱਖਾਂ ਦੇ ਵਿੱਚ ਬੈਰਾਗ ਦਾ ਨੀਰ ਹੈ। ਸ਼ਰਵਣ ਤਾਂ ਪਰ ਸਕਿਅਤ ਸ਼ਰਵਣ ਗੁਰ ਅਮਰ ਸੁਣੀਜੈ। ਉਹ ਕੰਨ ਧਨ ਨੇ ਜਿਨ੍ਹਾਂ ਕੰਨਾਂ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਸ਼ਬਦ ਗੂੰਜਦੇ ਨੇ, ਜਿਨ੍ਹਾਂ ਕੰਨਾਂ ਦੇ ਅੰਦਰ ਕਿ ਗੁਰ ਉਪਦੇਸ਼ ਵਸ ਗਿਆ। ਫਿਰ ਸਕਿਅਤ ਸੋਹੀਓ ਜਾਲਪ ਭਣੈ। ਇਹ ਜ਼ਿਕਰ ਕੀਤਾ ਕਿ ਉਹ ਹਿਰਦਾ
जिस हिरदे विच गुरु अमरदास जी का चेता वस गया ना, सकियत सो हियो जित ही बसै, गुर अमरदास निच जगत पित। जगत दे पिता ने, तुसी सहायता मंगण आए हो, कल्ले तुहाडी नहीं, सारी जगत की सहायता करने वाले, सब कुछ जानने वाले ने। जे तुहाडा कोई बुरा मनाउंदा है, साडा ते भला गुरु अमरदास जी करनगे, पर उन्हां नूं भी बुरा करन तो रोकणगे गुरु अमरदास जी, क्योंकि जगत दी जानन वाले ने। इस करके ओही आ धन है जिस हिरदे विच गुरु अमरदास जगत पिता वस गया। सकियत सो सिर जालप भणै, जो सिर निवै गुर अमरनित। क्यों? तै पढ़ियो एक, मन धरियो एक, एक कर बखाणियो। कोई कह सकता कि गुरु अमरदास जी किसी दूसरे की सहायता मंगते ने? गुरु अमरदास जी ने सहायता मंगी तो एक वाहिगुरु की मंगी तो दूजे की मंगी नहीं। ते दुनिया के लोगों, जब गुरु अमरदास नूं धन कहते हो ना, फिर दुनिया के सारे आसरे छड्ड दिया करो। फिर होर कोई आस मन च झूठी ना रखिया करो, झूठी आस जां कच्ची आस, जां होर पासे तक्कण दा मन च फुरना ना लिआओ, क्योंकि एक ही है कि नैण बैण गुरु अमरदास जी दे अखां विच भी एक परमात्मा दा ध्यान। बैण दा मतलब बचना दा ध्यान। किड्डे कमाल दे बचन ने। अच्छा, गुरु अमरदास जी की सहायता क्यों लईए? भट्ट जी का एक बचन होर करिए। भट्ट जी कहते हैं कि गुरु अमरदास जी का ध्यान लईए ना, ध्यान लईए पौ मुकै है। पौ मुकै का मतलब पता है, दो अर्थ कीते ने। कहते जब तुसी गुरु अमरदास जी तो सहायता लेंदे हो ना, क्योंकि गुरु अमरदास जी कौन ने? पहला इस गल नूं ध्यान नाल सुन लियो। कोई शिव जी वर्गा डूंगा ध्यान धर के भी जे बदलां बरसात दियां बूंदां नूं गिण लै, कोई नदियां दियां लहरां नूं गिण ले, कोई सूरज चंद्रमा दियां इस किरणां नूं भी गिण ले, ते समुद्र की डूंघियाई ते इस धरती ते लगण वाले फुल्लां नूं भी गिण ले, कोई इन्ना डूंगा ध्यान धर के, तां भी भले अमरदास गुण तेरे तेरी उपमा तां भी नहीं दसिया जा सकता। पहली शर्त यह है। दूसरी शर्त, आप नारायण कला धार। ये ना सोचो कि ये किथे गुरु नानक साहब लई बचन है, ये गुरु अंगद, ये बचन गुरु अमरदास जी लई उचारिया भट्टां ने सामने खड़े होके, पर जोत ते गुरु नानक साहब दी है। ये याद रखियो। आप नारायण कला धार, जग में परवरियो, नारायण दी जोत देखी असी। निरंकार आकार जोत जग मंडल करियो। जे निरंकार दा कोई शख्स, कोई शख्सियत, कोई एहसास लेना है, जे कोई चाहता है मैं रब दा एहसास लेना चाहना, मैं रब दी नज़दीकी महसूस करना चाहना, मैं महसूस करना चाहना रब कितना असीम होंदा है, कहंदा फिर गुरु अमरदास नूं जान लो। किड्डी वड्डी गल की। कहंदे गुरु अमरदास नूं जान लियो, तुहानूं पता लग जाएगा वो वड्डा कितना है, असीम कितना है। कहंदे आप प्रतख रब दी कला वरत रही है गुरु अमरदास जी दे विच। सतगुरु गुरु अमरदास निरंकार आकार जोत जगमंडल। हजी ते असी सत्ता बलवंडा होरां दी वार ते लई नहीं। वो तो कहंदे सहज दे घोड़े उत्ते सवार ने गुरु अमरदास जी। काठी उन्होंने 7 दी पाई है, ते हाथ दे विच गुरु शब्द दी तेग फड़ी है कोई पाप विकार जिहड़ा गुरु अमरदास जी दे सामने खड़ा हो जाए? सूरमे ने पूरे। जद गुरु अमरदास जी का जिक्र भट्टा ने किया तो क्या कि गुरु अमरदास जी का नाम जिहड़ा जपदा है, जिहड़ा धन गुरु अमरदास आखदा है, गुरु अमरदास जी दीयां पैड़ां ते तुरदा है, वो 7 दी संजो पा लैंदा है। संजो की हुंदा है? आर्मर। रण तत्ते दे विच जद कोई सूरमा लड़न वास्ते जांदा सी, सिर तो लैके पैरां तक वो लोहे विच मड़िया हुंदा सी, उहनूं आर्मर कहंदे है, जालीदार, ताकि कोई तीर कोई शस्त्र मेरा वाल ना विंगा कर सके। एवें ना मैं भंग दे भाणे मर जावां, हजे मैं रण तत्ते विच उतरिया ही हाँ कि किथे वैरी दा तीर ही आके मैनूं ना वज जाए। जेड़ा गुरु अमरदास नूं धन कहेगा उहदे उत्ते गुरु शब्द दी संजो चढ़ जाएगी। कोई विकार, कोई निंदा, कोई चुगली, कोई दुनिया दा दुख उहदा वाल विंगा नहीं कर सकता। पर शर्त यह है वो तुरेगा गुरु अमरदास दियां पैड़ां ते। ये ना होए वो अपने रस्ते चले ते कहे नहीं गुरु अमरदास जी मैनू नाम दी संजो दे दो। गुरु साहब कहते इस रस्ते ते नहीं, 7 दे मार्ग ते मिलेगी। अच्छा पो मुकै की है? मन च ख्याल आया ना
कि गुरु अमरदास परसिया ध्यान लईया पौमुख है। भट्ट जी कहते जिहड़ा गुरु अमरदास जी नूं स्पर्श करता है उहदे अंदर पार ब्रह्म परमेश्वर का ध्यान टिकना ही टिकना है। दुनिया के किसी बंदे नूं ध्यान दे विच लियाओ, जिहड़ा बंदा अपने जीवन विच झूठ बोलदा लिया ना, झूठ का तुसी ध्यान धरन लग जाओ, झूठे बंदे का सहज सुभाए तुसी झूठ बोलना शुरू कर दोगे, असीं झूठ बोल ये ध्यान की ताकत कही है। जिहड़ा बंदा बाला ही चापलूस है, जे ਉਹਦੇ बारे सोचण लग जाइए बहुती देर नहीं लगेगी, असीं भी दिनां 'ਚ चापलूस बन जावांगे। ये सच है। जिहड़ा बंदा अत दा मकार है, जे ਉਹਦੇ नाल दोस्ती करन दी छड्डो, ਉਹਦਾ ही ध्यान ही धर लईए कि सोचिए कि यार वो भी बंदा चंगा सी, वो भी इवें सी, ਉਹਨੂੰ सोचण लग जाओ, ਉਹਦੇ विकार अंदर आ जाणगे। इस करके भट्ट जी कहते दुनिया के लोगों के ध्यान मन विच ना धरियो, ये कुटुंब तू जे देखदा चलै नाही। ये गुरु अमरदास जी का वचन है। कहते ध्यान जे धरना है, कहते गुरु अमरदास का धरियो, क्योंकि गुरु अमरदास का ध्यान धरिया ना निंदा, ना चुगली, ना झूठ, ना मकारी, ना फरेबी, ना लोभ, ना अहंकार, ना ही मन के अंदर हों की बिरती। जे कोई बिरती पैदा होएगी तो निरंकार के ध्यान की पैदा होएगी। गुरु अमरदास परसिया ध्यान लईया पौमुख है। पौमुख का अर्थ जिहड़ा संप्रदाय टीके वाले करते हैं, पौमुख का मतलब, पौ का मतलब है रस्ता, मुख का मतलब खत्म हो जाना। कि जद गुरु अमरदास जी का ध्यान धरिया जाए, जद आख्या जाए धन गुरु अमरदास, धन गुरु रामदास, तुसी सहायता करो, तुसी सहाई होवो। जद कोई सिख गुरु अमरदास जी नूं कहे ना कि तुसी सहाई होवो, गुरु अमरदास उहदे विकारां दा, उहदे दुखां दा रस्ता ही खत्म कर देंदे। बंदिया तैनूं नहीं पता तू इस रस्ते ते किन्ना चिर होर तुरना है, हो सकता तेरी अद्धी की पूरी जिंदगी इस रस्ते ते कटनी होए, इस दुखां दे रस्ते ते तुरना होए। इस करके गुरु अमरदास जी का ध्यान धरना है कि गुरु अमरदास का ध्यान धरिया दुखां का रस्ता ही मुक जाता है, उत्थे ही दुखां का रस्ता खत्म कर देंदा गुरु अमरदास सच्चा पातशाह, ते सुखां वाले रस्ते ते तोर देंदा। ਇਹਦੇ दूसरे अर्थ कीते हैं, ਜਿਹੜੇ अर्थ बड़े कमाल ਦੇ टीकाकार ਦੇ ਮੈਨੂੰ पढ़न ਨੂੰ मिले सी। गुरु अमरदास परसिया ध्यान लईया पौ मुख है। पौ का मतलब है मार्ग, मुख का मतलब उन्हें किया मोकला। जब असी गुरु ग्रंथ साहब जी के सहज पाठ अर्थ कर रहे सां तां दास ने इस अर्थां दे उत्ते ज़्यादा जोर दिता सी कि ये अर्थ भी बड़े सोहने टुकदे ने। पौ मुकह का मतलब रस्ता, पोह का मतलब रस्ता, मुकह का मतलब उन्हें क्या मोकला। मोकला कहते कहते पंजाबी की कहावत है, कहते जद दुनिया के लोग साड़ी कामयाबी के सारे दरवाजे बंद कर देन, कहते उस वेले गुरु अमरदास नूं चेते कर ली, गुरु अमरदास ऐसा रस्ता खोलेगा दुनिया के लोग वेखते रह जाएंगे। पौ मुकह का मतलब तेरा रस्ता मोकला हो जाएगा। जद दुनिया के लोग तेरियां लत्तां खिंचण, तेरी नाकामयाबी की उड़ीक करन, तेरी सच्ची मुची बदकिस्मती के दिन की उड़ीक करन, जद लोकी कहण कि ਇਹਦੇ जीवन के सारे रस्ते बंद होने चाहिए, क्यों नहीं होंदे? जिस दिन दुनिया लख तेरे दरवाजे बंद करेगी जीवन दे, उस दिन गुरु अमरदास की सहायता मांग ली, उस दिन गुरु अमरदास तेरा रास्ता खोल देगा। दुनिया हज़ार बंद करेगी, गुरु अमरदास तेरे लिए नवे रस्ते खोलेगा। किड्डी कमाल की गल भट्ट जी ने की। इस करके धन गुरु गोबिंद सिंह साहब कहते जे सहायता लैनी है तो फिर क्यों ना गुरु अमरदास जी की लईए। ये तुक चेते रखियो, गुरु अमरदास परसिया ध्यान लईए पौ मुक है। यह है गुरु अमरदास ते जालपा पदारथ इटड़े, गुरु अमरदास डिठे मिले। इस धरती ते जिन्ने पदार्थों बारे तू सोची बैठा है, जिन्ना कुछ तेरे मन च ख्याल है, बंदे की लिस्ट बहुत वड्डी होंदी है। मैनू ये भी चाहिदा, ये भी चाहुंदा, मैं ये भी चाहुंदा, हर बंदा चाहुंदा है। गुरु अमरदास कहते मैं मना नहीं करता, जिन्ना तू चाहुंदा है इस तो दुगना भी चाल है। तू चाहुंदा मैं इत्थे तक पहुंचा, मेरे कोल ये भी होए, मैं इस मार्ग ते भी बिल्कुल मैं कामयाब होवां, मैं शिखर ते होवां, दुनिया च मेरी तूती भी बोलती होए। भट्ट जी कहते हैं जिन्ना तू लिस्ट बनाई है ना अपने जीवन की, टू डू, ये भी करना है, ये भी करना है, ये भी चाहिए, तू इस तो भी दुगनी बना लै। गुरु अमरदास कदी मना नहीं करते कि तुहाड़ियां इच्छावां वाल,
हाँ तृष्णा का वो जिक्र करते हैं। तृष्णा बड़ी भैड़ी बीमारी है, क्योंकि शुक्र ते शिकवे का जिक्र असी आनंद साहब दे विच ही पढ़ के आए हैं। शुक्र वो है जिहड़ी मिलियां चीज़ां नूं असी देखण लग जाइए, ते शिकवा वो है जिहड़ा नहीं मिलिया ते उहनूं देख देख के रोंदे रहिए। गुरु अमरदास कदी भी ये नहीं कहते कि तू रो रो के जिंदगी बतीत कर। जिस दिन सानू शुक्र वाली जिंदगी जीवन आ जाएगी ना, सानू पता लग जाएगा जो साडे कोल है उन्होंने असी वेख लिया, असी मान लिया, ये शुक्र है। शिकवा उस दिन पैदा होता है जिहड़ियां चीज़ां साडे कोल है ही इन्नियां हैगियां, उन्हां वल असी वेख के राजी नहीं, ते जिहड़ी नहीं आ उहदे वल वेख वेख के रोंदे आ, ये क्यों नहीं। इनू तृष्णा आख्या गुरु अमरदास जी ने। इस करके महाराज जी का यह वचन तुसी पढ़ते हो ना इस बाणी का कि ये तृष्णा बड़ा रोग लगा मरण मनो विसारिया। ये तो मरण तो बाद भी बंदा कहे कि खैड़ा छड़ दे, बड़ा ही मुश्किल है। ये तो मरण तक, अंतम वेले तक, मरदे बंदे तक तृष्णा नहीं खैड़ा छड़ दे। ये तो व्यापारी बंदे नूं पुछ लीए जिहदे मन च व्यापार ही चल रहा है, मरण परने पिया भलिया की हाल है तेरा, कल का कितना फर्क है। वो भी ये कहेगा 75% बीमार हाँ, 5 पैसे हजे भी मैं थोड़ा जा ठीक महसूस करना। मतलब तृष्णा ऐसी है। व्यापारी बंदा यही कहेगा 75 पैसे बीमार हाँ तो 5 पैसे ही ठीक हाँ। इस करके तो गुरु साहब कहते कि रब का शुकराना किथे गया। कभी ये नहीं आख्या कि जिमें करतार ने रखा उवें ही आ। किड्डा फर्क है, अखरां ही दा ही है, अखरां दा ही तोल मोल कि असी ये अखर नहीं तो ये अखर कहीए। पर गुरु अमरदास जी कहते इन्हां अखरां दे बदलण नाल ही सारे जीवन का नज़रिया बदल जाता है। अखर हाय हाय करना भी अखर ही है, ये अखर ही ते ने बंदा हाय हाय करता है, मरू मरू करता है, तो दूसरे पासे वाह वाह करता है, धन धन करता है। अखर ने नज़रिया है। जिन्नियां मर्जियां इच्छावां लैके आ, पर शर्त यह है तुरना तेनू गुरु अमरदास दियां पैड़ां ते पएगा। जे तुरेगा फिर ध्यान लईया पऊ मुकै जालपा पदार्थ इतड़े धरती ते जिन्ने पदार्थ ने गुरु अमरदास डिठै मिले, तेनू पदार्थ मिलणगे। गुरु अमरदास तेरियां झोलियां भरेगा। कोई एवें मंगता नहीं बढ़ाने वाले धन गुरु। इस करके गुरु अंगद फिर अंगद ते गुरु अमरदास रामदासां हुई सहायता मंगी है। धन गुरु अमरदास जी के 17 रागां दे शब्द ने। एक शब्द हर जियो कृपा करो तुम प्यारे, ये सहायता का शब्द है कि जे गुरु अमरदास जी कहते सहायता मंगनी है फिर वाहिगुरु तो मंग। सतगुर दाता मेल मिलावो हर नाम देहो आधारे। पहली शर्त यह है मनसा मार दुबदा सहज सवान समाणी। एक तो विकारां दा अंदर जिहड़ा रोजू चलता है ना, ये विकार ने। अजे एक भावें छोटी जी एक जिक्र किया सी बड़बोले होने का, पर गुरु अमरदास उहदा भी इलाज दसदे हर वासना समाणी। उस शब्द दे विच ही समा गया, पता नहीं कित्थे गया। यही गल गुरु नानक साहब नाल बहुत कुछ वरतिया सी। पिंडां दे लोकां ने, कई पिंडां वालियां ने अपने बूहे ढोले गुरु नानक साहब नूं वड़न नहीं दिता, नहीं आउण दिता। ते गुरु महाराज जी नूं गुरु नानक साहब नूं भाई मरदाना पुछदा सी, गुरु नानक साहब किवें सुते, किवें आई नींद? ते गुरु नानक साहब कहंदे की गल हुई? भाई मरदाना कहंदा मैं तां सुता नहीं सारी रात। कहंदे क्यों? कहंदे वो जिहड़े लोकां ने कल को बोल बोले सन, गालां कढ़ियां सी माड़ा, कहंदे वो सारी रात वजदा रहा मेरे अंदर। महाराज कहंदे किने बोलिया, कद बोलिया? मेरे अंदर ते है ही नहीं, मेरे अंदर ते रहा ही नहीं, मैं तो सुनिया ही नहीं। बुद्ध गौतम बुद्ध की बड़ी कमाल की गाथा है। गौतम बुद्ध नूं एक बंदा गालां कढ़ के गया, कहंदा गौतम बुद्ध दा मैं मन दा सारा अभिमान तोड़ के आवांगा। क्यों? कहंदे सुनिया जिथे चौकड़ा ला के गौतम बुद्ध बह जाए ना, कहंदे फिर उहदे चौकड़े नूं कोई नहीं ला सकदा। कहंदे लै गल ही नहीं, अज मैं ला के आउंदा। वो मीलों दूर तुर के गया, कहंदे कित्थे बैठा गौतम? कहंदे वो फलाने रुख थल्ले बैठा। कहंदे आ जाओ पिंड दे लोको, कहंदे मैं तुहानूं 10 मिनट देना, 10 मिनट दे विच कहंदे कहंदे मेरे पिछे कहंदे डांग लैके भजेगा। कहंदे करके वेख लै। उस बंदे ने रज के गौतम बुद्ध के मूँह ते गालां कढ़ियां उच्चियां उच्चियां।
ਅੱਤ ਦੀਆਂ ਜਿੰਨੀਆਂ ਵੀ ਅੱਤ ਦੇ ਸਿਖਰ ਦੀਆਂ ਜਿੰਨੀਆਂ ਵੀ ਕਬੂਲ ਹੁੰਦੇ ਨਾ ਗਾਲਾਂ ਹੁੰਦੀਆਂ ਉਹਨੇ ਬੋਲੀਆਂ। ਤੇ ਜਦ ਕਹਿੰਦੇ ਉਹਦਾ ਵਸ ਨਹੀਂ ਚੱਲਿਆ, ਕਹਿੰਦੇ ਫਿਰ ਗੌਤਮ ਬੁੱਧ ਦੇ ਮੂੰਹ ਤੇ ਥੁੱਕ ਪਿਆ, ਥੁੱਕ ਕੇ ਚਲਾ ਗਿਆ। ਤੇ ਪਿੰਡ ਦੇ ਲੋਕੀ ਕਹਿਣ, ਕਹਿੰਦੇ ਤੇਰਾ ਧਿਆਨ ਤੂੰ ਤੋੜਦਾ ਸੀ, ਕਹਿੰਦੇ ਪਤਾ ਹੀ ਨਹੀਂ, ਕਹਿੰਦੇ ਆਇਆ ਚਲਾ ਗਿਆ। ਥੁੱਕ ਕੇ ਜਦ ਚਲਾ ਗਿਆ ਤੇ ਗੌਤਮ ਬੁੱਧ ਨੇ ਅੱਖਾਂ ਖੋਲ੍ਹਣੀਆਂ ਸੀ, ਦੇਖ ਰਹੇ ਸੀ ਤੇ ਮੁਸਕਰਾ ਰਹੇ ਸੀ। ਚਲਾ ਗਿਆ ਤੇ ਅਗਲੇ ਦਿਨ ਨਾ ਫਿਰ ਬੜੀ ਨਾਮੋਸ਼ੀ ਦੇ ਵਿੱਚ ਆਇਆ ਤੇ ਆ ਕੇ ਕਹਿੰਦਾ ਗੌਤਮ ਬੁੱਧ ਮੈਨੂੰ ਮਾਫ ਕਰ ਦੇ। ਗੌਤਮ ਬੁੱਧ ਉੱਠ ਕੇ ਪਿੱਛੇ ਹੋ ਗਿਆ, ਕਹਿੰਦੇ ਕਿਹੜੀ ਗੱਲੋਂ ਮਾਫੀ, ਕੌਣ ਹੈ ਤੂੰ? ਗੌਤਮ ਬੁੱਧ ਕਹਿੰਦਾ ਤੂੰ ਕੌਣ ਹੈ? ਉਹ ਬੰਦਾ ਕਹਿੰਦਾ ਲੈ ਕਮਾਲ ਹੋ ਗਈ, ਤੁਸੀਂ ਮੈਨੂੰ, ਕਹਿੰਦੇ ਮੈਂ ਜਿਹਨੂੰ ਮਿਲਣਾ ਬੰਦਾ ਮੈਨੂੰ ਸਾਰੀ ਜ਼ਿੰਦਗੀ ਨਹੀਂ ਭੁੱਲਦਾ ਤੇ ਤੁਸੀਂ ਮੈਨੂੰ ਪਛਾਣਿਆ ਨਹੀਂ। ਕਹਿੰਦੇ ਚੰਦ ਘੰਟਿਆਂ ਦੀ ਗੱਲ, ਮੈਂ ਤੇ 24 ਘੰਟੇ ਨਹੀਂ ਹੋਣ ਦਿੱਤੇ, ਮੈਂ ਤੇ ਆ ਗਿਆ ਤੁਹਾਡੇ ਕੋਲ ਫਿਰ ਮਾਫੀ ਮੰਗਣ। ਕਹਿੰਦੇ ਕੌਣ ਸੀ ਤੂੰ? ਕਹਿੰਦੇ ਕੱਲ ਮੈਂ ਗਾਲਾਂ ਕੱਢ ਕੇ ਗਿਆ ਤੁਹਾਨੂੰ ਰੱਜ ਕੇ, ਤੇ ਇੱਥੇ ਤੱਕ ਮੈਂ ਤੁਹਾਡੇ ਮੂੰਹ ਤੇ ਥੁੱਕ ਕੇ ਵੀ ਗਿਆ। ਗੌਤਮ ਬੁੱਧ ਕਹਿੰਦੇ ਮੈਨੂੰ ਤੇ ਯਾਦ ਨਹੀਂ, ਮੈਨੂੰ ਤੇ ਯਾਦ ਹੀ ਨਹੀਂ। ਕਹਿੰਦੇ ਕਿਵੇਂ ਹੋ ਸਕਦਾ ਹੈ? ਕਹਿੰਦੇ ਤੈਨੂੰ ਯਾਦ ਹੈ? ਕਹਿੰਦੇ ਮੈਨੂੰ ਸਭ ਕੁਝ ਯਾਦ ਹੈ। ਕਹਿੰਦੇ ਫਿਰ ਤੂੰ ਕੀਤਾ ਹੋਏਗਾ, ਤੈਨੂੰ ਯਾਦ ਹੈ? ਮੈਂ ਕੀਤਾ ਹੀ ਨਹੀਂ, ਮੈਨੂੰ ਯਾਦ ਹੀ ਨਹੀਂ। ਤੂੰ ਜਿਸ ਕਾਰਜ ਵਿੱਚ ਹਾਜ਼ਰ ਸੀ ਤੈਨੂੰ ਯਾਦ ਹੈ? ਮੈਂ ਹਾਜ਼ਰ ਹੀ ਨਹੀਂ ਸੀ ਉਸ ਕਾਰਜ 'ਚ, ਮੈਨੂੰ ਤੇ ਯਾਦ ਹੀ ਨਹੀਂ ਮੈਂ ਤੈਨੂੰ ਮਿਲਿਆ। ਕਹਿੰਦੇ ਯਾਦ ਕਰ ਲਓ। ਕਹਿੰਦੇ ਨਹੀਂ। ਉਹ ਬੰਦਾ ਪਰੇਸ਼ਾਨ ਹੋ ਕੇ ਚਲਾ ਗਿਆ। ਕਹਿੰਦੇ ਕੈਸਾ ਬੰਦਾ ਹੈ? ਕਹਿੰਦੇ ਕੈਸਾ ਹੈ? ਕਹਿੰਦੇ ਹੈਰਾਨੀ ਗੱਲ ਹੈ, ਕੱਲ ਮੈਂ ਗਾਲਾਂ ਕੱਢ ਕੇ ਗਿਆ ਤਾਂ ਹੱਸਦਾ ਸੀ, ਥੁੱਕ ਦਿੱਤਾ ਤਾਂ ਕੁਝ ਨਹੀਂ ਕਿਹਾ, ਅੱਜ ਮੈਂ ਮਾਫੀ ਮੰਗਣ ਆਇਆ। ਕਹਿੰਦਾ ਕਿਉਂ ਮਾਫੀ ਮੰਗਦਾ ਹੈ ਭਾਈ, ਕਿਹੜੀ ਗੱਲੋਂ? ਐਵੇਂ ਬੇਫਜ਼ੂਲ ਮਾਫੀਆਂ ਮੰਗੀ ਜਾਂਦਾ, ਤੂੰ ਕੀਤਾ ਕੀ ਹੈ, ਵਿਗਾੜਿਆ ਕੀ ਹੈ? ਕਮਾਲ ਹੈ। ਕਹਿੰਦੇ ਗਾਲਾਂ ਸੁਣ ਕੇ ਵੀ ਅਗਲਾ ਕਹਿੰਦਾ ਤੂੰ ਮੇਰਾ ਕੀ ਵਿਗਾੜਿਆ? ਹੁਣ ਗੌਤਮ ਬੁੱਧ ਦੇ ਜਿਹੜੇ ਸ਼ਾਗਿਰਦ ਨੇ, ਸ਼ਿਸ਼ੇ ਨੇ, ਉਹ ਪੁੱਛਦੇ ਨੇ ਕਿ ਇਹ ਕਿਵੇਂ ਹੋਇਆ, ਇਹ ਬੁੱਧ ਦੀ ਅਵਸਥਾ ਕਿਵੇਂ ਪ੍ਰਾਪਤ ਕੀਤੀ? ਉਹ ਕਹਿੰਦੇ ਜਿਹੜੇ ਪਿੰਡ ਦੇ ਲੋਕ ਕੱਲ ਕਣਕ ਫੜਾ ਕੇ ਗਏ ਨੇ ਨਾ, ਲਿਆਓ ਬੁੱਕਾਂ ਬੁੱਕਾਂ ਦੇ ਵਿੱਚ ਭਰ ਕੇ ਨਾ ਆਪਣੀ ਮੁੱਠੀਆਂ ਵਿੱਚ ਆ ਲੈ ਕੇ ਆਓ ਸਾਰੀਆਂ ਤੇ ਮੈਨੂੰ ਦੇ ਦਿਓ, ਮੇਰੀ ਬੁੱਕਾਂ ਵਿੱਚ ਭਰ ਦਿਓ। ਕਹਿੰਦੇ ਜੀ ਠੀਕ ਹੈ। ਸਾਰੇ ਸ਼ਿਸ਼ੇ ਉਸ ਬੋਰੀ ਵਿੱਚੋਂ ਕਣਕ ਦੀਆਂ ਬੁੱਕਾਂ ਭਰ ਕੇ ਤੇ ਗੌਤਮ ਬੁੱਧ ਨੂੰ ਫੜਾਉਣ ਵਾਸਤੇ ਆ ਗਏ। ਤੇ ਉਹ ਸਾਰੇ ਸ਼ਿਸ਼ੇ ਕਹਿੰਦੇ ਫੜੋ ਫੜੋ ਫੜੋ, ਤੇ ਗੌਤਮ ਬੁੱਧ ਨੇ ਹੱਥ ਹੀ ਨਹੀਂ ਅੱਗੇ ਕੀਤੇ। ਤੇ ਉਹ ਕਹਿੰਦੇ ਫੜ ਲੈ ਹੁਣ ਭਾਈ, ਉਹ ਉਸਤਾਦ ਮੇਰਿਆ ਫੜ ਲੈ, ਤੂੰ ਹੁਕਮ ਕੀਤਾ ਸੀ ਤੁਹਾਨੂੰ ਫੜਾਉਂਦੇ ਆ ਤੇ ਤੁਸੀਂ ਫੜਦੇ ਨਹੀਂ। ਗੌਤਮ ਬੁੱਧ ਕਹਿੰਦੇ ਇੰਨੀ ਗੱਲ ਹੈ, ਜਿਹੜੀ ਚੀਜ਼ ਮੈਂ ਫੜਨੀ ਨਹੀਂ ਮੈਨੂੰ ਤੁਸੀਂ ਧੱਕੇ ਨਾਲ ਕਿਵੇਂ ਫੜਾ ਦੋਗੇ? ਤੁਸੀਂ ਲੈ ਕੇ ਆਏ, ਮੈਨੂੰ ਫੜਾਉਣ ਆਏ, ਮੈਂ ਫੜ ਹੀ ਨਹੀਂ ਰਿਹਾ, ਮੈਂ ਹੱਥ ਹੀ ਨਹੀਂ ਡੱਡ ਰਿਹਾ, ਮੈਂ ਲੈਣਾ ਹੀ ਨਹੀਂ ਚਾਹੁੰਦਾ, ਤੁਸੀਂ ਮੈਨੂੰ ਕਿਵੇਂ ਫੜਾ ਦੋਗੇ? ਉਹ ਬੰਦਾ ਆਇਆ, ਮੈਨੂੰ ਕਬੂਲ ਬੋਲ ਕੇ ਗਿਆ, ਮੈਨੂੰ ਪਤਾ ਹੈ, ਪਰ ਮੈਂ ਲਈ ਨਹੀਂ ਉਹਦੇ ਕਬੂਲ, ਫਿਰ ਮੇਰੇ ਮਨ 'ਚ ਬੋਝ ਹੀ ਨਹੀਂ। ਇਹਨੂੰ ਬੜੀ ਸੂਖਸ਼ਮਤਾ ਦੇ ਵਿੱਚ ਗੁਰੂ ਅਮਰਦਾਸ ਜੀ ਭਗਤਾਂ ਕੀ ਚਾਲ ਨਿਰਾਲੀ ਵਾਲਾ ਮਾਰਗ ਦੱਸਦੇ ਨੇ। ਬਹੁਤ ਨਾ ਹੀ ਬੋਲਣਾ, ਇਹ ਬਹੁਤ ਅਲੂਣੀ ਸਿਲ ਚਟਣਾ ਹੈ, ਤੇ ਸੁਣਨ ਵਾਲਾ ਬੰਦਾ ਹੀ ਚੁੱਪ ਹੋ ਸਕਦਾ ਹੈ। ਜਿਹਦੇ ਅੰਦਰ ਜਿਹਦੀ ਸਰੋਤ ਡੂੰਗੀ ਹੈ ਉਹੀ ਬਹੁਤ ਚੁੱਪ ਵਾਲੇ ਮਾਰਗ ਤੇ ਤੁਰ ਸਕਦਾ ਹੈ, ਨਹੀਂ ਤੇ ਘੱਟ ਸੁਣਨ ਵਾਲਾ ਬੰਦਾ ਕਦੀ ਵੀ ਚੁੱਪ ਨਹੀਂ ਹੋ ਸਕਦਾ। ਸਰੋਤ ਇਸ ਲਈ ਮਹਾਰਾਜ ਜੀ ਕਹਿੰਦੇ, ਕਿਉਂਕਿ ਇਹ ਬਾਣੀ ਅੱਗੇ ਸਰੋਤ ਤੇ ਵੀ ਜ਼ਿਕਰ ਕਰੇਗੀ ਗੁਰੂ ਅਮਰਦਾਸ ਜੀ ਦੀ। ਇਹ ਸਰਵਣੋ ਮੇਰਿਓ ਸਾਚੈ ਸੁਣਨਾ ਨੂੰ ਪਠਾਏ, ਕਿ ਭਗਵਾਨ ਨੇ ਜ਼ੁਬਾਨ ਏਕ ਦਿਆ ਔਰ ਕਾਨ ਦੋ, ਇਸ ਲਈ ਕਿ ਇੱਕ ਵਾਰੀ ਬੋਲ ਤੇ ਦੋ ਵਾਰੀ ਸੁਣ। ਜੀਵਨ ਦੇ ਅੱਧੇ ਰੋਗ ਅੱਧੇ ਸੋਗ ਇਹਦੇ ਨਾਲ ਹੀ ਕਹਿੰਦੇ ਤੇਰੇ ਨਿਬੜ ਜਾਣੇ ਐ। ਇੱਕ ਵਾਰੀ ਬੋਲ ਪਰ ਸੁਣ ਦੋ ਵਾਰੀ, ਦੁਗਣਾ ਸੁਣ ਤੇ ਉਹਦੇ ਦੁਗਣੇ ਸੁਣੇ ਦਾ ਅੱਧਾ ਬੋਲ। ਇਹ ਹੈ ਸਹਾਇਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਗੁਰੂ ਅਮਰਦਾਸ ਜੀ ਦੇ ਜੀਵਨ ਦੀ, ਜਿਸ ਜੀਵਨ ਦੇ ਵਿੱਚ ਨਾ ਸਿਰਫ ਸਰੀਰਕ ਸੇਵਾ ਹੈ, ਤਨ ਦੇਹੀ ਵਾਲੀ ਸੇਵਾ ਹੈ। 62 ਸਾਲ ਦੀ ਉਮਰ 'ਚ ਬੰਦਾ ਕਹਿੰਦਾ ਕਿ ਹੁਣ ਵਿਹਲੇ ਹੋ ਗਏ ਹਾਂ, ਹੁਣ ਬਸ ਬੈਠ ਕੇ ਆਪਣਾ ਖਾਵਾਂਗੇ ਪੀਵਾਂਗੇ, ਆਪਣਾ ਬਸ ਉਮਰ ਆਪਣੀ ਰਿਟਾਇਰਮੈਂਟ ਵਾਲੀ ਬਤੀਤ ਕਰਾਂਗੇ। ਪਰ ਗੁਰੂ ਅਮਰਦਾਸ ਜੀ ਕਹਿੰਦੇ ਨਹੀਂ, ਜੇ ਹੁਣ ਹੋਸ਼ ਆਈ ਹੈ ਤੇ ਹੁਣ ਸ਼ੁਰੂ ਕਰਾਂਗੇ, ਹੁਣੇ ਵੀ ਕੁਝ ਨਹੀਂ ਵਿਗੜਿਆ, ਹੁਣ ਸ਼ੁਰੂ ਕਰਾਂਗੇ। ਹੁਣ ਜੇ ਜਾਗੇ ਹਾਂ, ਹੁਣ ਜੇ ਹੋਸ਼, ਹੁਣ ਜੇ ਪਤਾ ਲੱਗਿਆ
मन दे विच सारी रात को बोल वजिया पंडित दा कि निगुरे का नाम बुरा है। सारा सारा घर सुता पिया, बाबा अमरदास नहीं सुते। वो खिच सी, वो जिहड़ी खिच सी अंदर कि मैं निगुरा, मैं गुरु वाला नहीं बन सकिया, उस खिच ने गुरु पातशाह जी का ऐसा बचन मन के अंदर अणियाला तीर मारिया, जिस तीर ने महाराज जी के जीवन को तब्दील करके रख दिता। करनी कागद मन मसवाणी, बुरा भला दोए लेख भये। यह है कि मन करनी कागद, मन मसवाणी, मन शाही है, ते साडी कीती जाण वालियां करनियां कागज है। मन दे विच जो छप जाएगा ना, जो बन जाएगा, साडी करनी रूपी कागज दे उत्ते उसी चित्रण नूं असीं बना दांगे। जिहो जा सोचांगे ओहो जे बनने शुरू हो जाएंगे, जिहो जा चितवांगे ओहो जा जीवन साडा तकदीर बनाउणी शुरू कर देगा। मन शाही है, शाही नूं जिवें मर्जी वरत लो, भावें ते कागज दे पूरी दी पूरी रोड़ लो, गर्क करके रख दो, ते भावें कि उहनूं लिखे मूसा पढ़े खुदा, भावें अपने जीवन के कागज़ नूं गर्क करके रख दो। इहो जिहा कि आप ना पढ़िया जाए मैं कीता की है जीवन च, जां सुहिरद रूप दे विच धन लिखारी नानका, कि धन हो जाए तेरा जीवन। करनी कागद, तेरे जीवन की करनी कागज़ है। मन मसवाणी, सोच के लिखी की लिखण लगे। बुरा भला दोए लेख पे, दो ही लेख ने, जां अपने जीवन की करनी कागज़ उत्ते बुरा लिख सकदा है, जां भला लिख सकदा है। ते जो लिखेगा याद रखी, तेरे पैड़ां दे लेख उही बनणगे, उही पढ़णगे दुनिया के लोग, तू यही पैड़ां छड्ड के गया, जां बुरी जां चंगी। जो जो किरत चलाए त्यों चलिए, छूटस नाही कवन गुण। जाली रहन जाल दिन हुआ, जेती घड़ी फाही तेती। जाली का मतलब सड़ना नहीं, जाली का मतलब जाल, जाला जिवें मच्छी ते पाया जाता है। दिन भी विकारां दा जाल तेरे उत्ते पै गया, ते रात भी विकारां दे जाल दे विच तू फसिया पिया, निकल ही नहीं सक रहा, फसिया पिया। जाली रहन जाल दिन हुआ, जेती घड़ी फाही तेती। एक एक घड़ी तेरे जीवन की हाय हाय करके बतीत हो रही है, फसिया पिया। महाराज कहंदे, फिर महाराज कहंदे किवें छुटेगा तू, एक एक घड़ी तू हाय हाय कर रहा है, पर गुरबाणी ते कुछ होर कहंदी है। सच्चे पातशाह ते कहंदे तेरे मन दे विच हाय नहीं होना चाहिए, तेरे जीवन दे विच हर फाही हर घड़ी तेरी फसे विच मैं फसिया ही पिया, बस बोझ दे विच ही। कदी निंदा दा बोझ, कदी चुगली दा बोझ, कदी ओदा लेवी देवी दा बोझ, कदी सहज किथे है, सहज किथे है। रे चित चेतस की ना बावरिया, हर बिसरत तेरे गुण गलिया। बोझ विच रहेगा जे हुण भी चेता नहीं आया ओ करतार। और बाकी शब्द कल विचारिया सी, काया आरण मन विच लोहा, पंच अगन तित लाग रही। कोयले पाप पड़े तिस ऊपर मन जलिया सन्नी, चिंत भई मन विकारां विच सड़ जाएगा। जीवन विकारां दे विच इवें सड़ेगा जिवें एक लोहार दी भट्ठी तपदी है, दिन भी ते रात भी। एक काम कर, धन गुरु अमरदास जी की सहायता मंग, भया मनूर कंचन फिर होवै। जे गुरु अमरदास जी नूं स्पर्श कर लेगा, जे गुरु अमरदास जी दे मार्ग ते तुरेगा, ये सड़िया होया मन लोहे वर्गा भी कंचन वर्गा गुरु अमरदास कर सकता है। ये बारे कल पढ़ांगे, क्योंकि गुरु अमरदास जी दे शरण विच आके गुरु रामदास जी ने कहा सी, कहंदे कि जे गुरु चाहे गुर जिनको सुप्रसन्न। कहंदे जेड़ा जेड़ा गुरु अपने शिष्य उत्ते खुश हो जाए, अपने सिख ते खुश हो जाए, कहंदे फिर उन्होंने कंचन तो सोना करदा है। कच्चो कंचन भयो, कहंदे कच्चो कच नूं कंचन करन वाला है। कच्चो कंचन भयो शब्द गुर सरवणै सुनियो, बिखते अमृत होयो नाम अमृत मुख भणियो।
लोहो हो लाल नदर सतगुर जद धारै पाहण माणक करै ज्ञान गुर कहो विचारै। पत्थर नूं माणक बनाउण वाले गुरु अमरदास ने सारी दुनिया दी आसे पासे दी बिरती दा त्याग कर ते अपने मन नूं गुरु अमरदास जी दे शब्द विच जोड़। फिर अंगत गुर ते अमरदास रामदासैं होई सहाय। ये सहायता गुरु अमरदास जी दी मंगणी है कि सच्चे पातशाह तुहाडे मार्ग ते तुर सकीए। भुलां चुकां दी खिमा है। कल नूं धन गुरु रामदास महाराज जी तो सहायता मंगण वाली जिहड़ी अवस्था गुरु गोबिंद सिंह साहब ने दसी है, अरदास की कथा आप संगतां दे सन्मुख हो रही है। इस करके ठरमे नाल पहलां 10 गुरु साहिबानां दा जीवन है, फिर 5 प्यारियां साहिबजादियां दा, मुक्तियां दा, फिर ਸਿੰਘਾਂ ਸਿੰਘਣੀਆਂ ਦੀ शहादत का ये सारा वाकयात इतिहासक असी विचारांगे। गज वज के फतेह बुलाओ आखो जी वाहिगुरू जी का खालसा वाहिगुरू जी की फतेह।